ਮੈਂ ਇਹ ਕਹਿ ਰਿਹਾ ਸੀ ਕਿ ਮੇਰਾ ਇੱਕ ਦੋਸਤ ਹੈ ਨਾ, ਉਹ ਮੈਨੂੰ ਦੱਸ ਰਿਹਾ ਸੀ ਕਿ ਉਹ ਯੂਐਸ ਐਮਬੈਸੀ 'ਚ ਹੈ ਕਿ ਜਿਸ ਤਰ੍ਹਾਂ ਪਾਕਿਸਤਾਨ ਦੇ ਅੰਦਰ हुकूमत ਕੰਮ ਕਰ ਰਹੀ ਹੈ, ਮਰਕਜ਼ ਵਿੱਚ ਹੈ, ਫਿਰ ਸੂਬੇ ਵਿੱਚ ਹੈ, ਫਿਰ ਡਿਵੀਜ਼ਨ ਹੈ, ਇਸ ਤਰ੍ਹਾਂ ਇੱਕ ਜ਼ਿਲ੍ਹਾ ਹੈ, ਤਹਿਸੀਲ ਹੈ, ਇਸ ਤਰ੍ਹਾਂ ਅਮਰੀਕਨ ਐਮਬੈਸੀ ਦੇ ਅੰਦਰ ਤੇ ਯੂਨਿਟਸ ਹਨ। ਉਹ ਯੂਨਿਟਸ ਹਰ ਇਲਾਕੇ ਦੀ ਨਿਗਰਾਨੀ ਕਰਦੇ ਨੇ, ਹਰ ਇਲਾਕੇ। ਅੱਛਾ, ਫਿਰ ਉਹਨਾਂ ਦਾ ਇੱਕ ਮੀਡੀਆ ਸੈੱਲ ਹੈ। ਉਹ ਕਹਿ ਰਿਹਾ ਸੀ ਕਿ ਉਹ ਅਖਬਾਰ ਜਿਸ ਦੀ ਸਰਕੂਲੇਸ਼ਨ 500 ਹੈ ਪਾਕਿਸਤਾਨ ਦੇ ਅੰਦਰ, ਉਹਦੀ ਵੀ ਨਿਗਰਾਨੀ ਹੁੰਦੀ ਹੈ ਕਿ ਉਹਦੇ ਅੰਦਰ ਕਿਸੇ ਕੀ ਲਿਖਿਆ ਹੈ। ਓਏ ਹੋਏ ਹੋਏ ਹੋਏ, ਠੀਕ ਹੈ, ਅੱਛਾ। ਹਾਂ, ਸੋਸ਼ਲ ਮੀਡੀਆ ਹੋਵੇ, ਮੇਨ ਸਟ੍ਰੀਮ ਮੀਡੀਆ ਹੋਵੇ, ਮੀਡੀਆ ਚੈਨਲ ਹੋਵਨ, ਅਮਰੀਕਾ ਔਰ ਅਮਰੀਕਨ ਪਾਲਿਸੀ ਔਰ ਅਮਰੀਕਾ ਦੀ ਜਿਹੜੀ ਹਕਮਤ ਅਮਲੀ ਹੈ, ਪਲੈਨਿੰਗ ਹੈ ਦੁਨੀਆ ਨੂੰ ਲੁੱਟਣ ਲਈ ਜਾਂ ਦੁਨੀਆ ਦੇ ਉੱਤੇ ਕਬਜ਼ਾ ਕਰਨ ਲਈ, ਵਸਾਇਲ ਨੂੰ ਲੁੱਟਣ ਲਈ, ਤੇ ਉਹਦੇ ਉੱਤੇ ਲੋਕ ਕੀ ਸੋਚ ਰਹੇ ਨੇ, ਕੀ ਕਰ ਰਹੇ ਨੇ, ਔਰ ਕਿਹੜੇ ਲੋਕ ਉਹਨਾਂ ਨੂੰ ਸਪੋਰਟ ਕਰ ਰਹੇ ਨੇ, ਕਿਹੜੇ ਮੁਖਾਲਫਤ ਕਰ ਰਹੇ ਨੇ। ਜਿਹੜੇ ਮੁਖਾਲਫਤ ਕਰ ਰਹੇ ਨੇ ਤਾਂ ਹਕੀਕੀ ਮੁਖਾਲਫਤ ਨਹੀਂ ਹੈ, ਇਹਨਾਂ ਦੀ ਮੁਖਾਲਫਤ ਦਾ ਵੀ ਅਮਰੀਕੀ ਸਾਮਰਾਜ ਨੂੰ ਫਾਇਦਾ ਹੁੰਦਾ ਹੈ। ਉਹ ਹਰ ਚੀਜ਼ ਦਾ ਤਜਜ਼ੀਆ ਕਰਦੇ ਨੇ। ਬਿਲਕੁਲ ਇਸੇ ਤਰ੍ਹਾਂ ਉਹਨਾਂ ਦਾ ਨੈਟਵਰਕ ਹਰ ਜਗ੍ਹਾ 'ਤੇ ਹੈ। ਜਿੱਥੇ ਤੇ ਪਾਕਿਸਤਾਨ ਵਰਗੀਆਂ ਹੁਕੂਮਤਾਂ ਹਨ ਨਾ, ਜਿਹੜੀਆਂ ਉਹਨਾਂ ਦੀਆਂ ਆਲਾਕਾਰ ਹਨ, ਇੱਥੇ ਤਾਂ ਉਹਨਾਂ ਨੂੰ ਕੋਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈ। ਲੇਕਿਨ ਜਿੱਥੇ ਐਸੀ ਹੁਕੂਮਤਾਂ ਹਨ ਜਿਹੜੀ ਅਮਰੀਕੀ ਮਫਾਦਾਤ ਦੇ ਮੁਖਾਲਫ ਹੋਵਨ, ਤਾਂ ਉੱਥੇ ਤਾਂ ਸਭ ਤੋਂ ਜ਼ਿਆਦਾ ਵਸਾਇਲ ਉਹ ਇੰਜੈਕਟ ਕਰਦੀ ਹੈ। ਉਹ ਸਭ ਸੇ ਅਹਿਮ ਗੱਲ ਹੈ ਨਾ ਕਿ ਤੁਸੀਂ ਕਹਿ ਰਹੇ ਸੋ ਕਿ ਉਹ ਕਿਸ ਤਰ੍ਹਾਂ ਕਾਮਯਾਬ ਹੋ ਜਾਂਦਾ ਹੈ। ਹਮੇਸ਼ਾ ਉਹਨਾਂ ਇਸ਼ੂ 'ਤੇ ਕਾਮਯਾਬ ਹੋਣਾ ਹੈ ਕਿ ਜਿਹੜੇ ਇਸ਼ੂ ਉਹਨੇ ਖੁਦ ਪੈਦਾ ਕੀਤੇ ਹਨ। ਹਾਂਜੀ, ਸਹੀ ਹੈ। ਮਤਲਬ ਹੈ ਕਿ ਉਹਨਾਂ ਦੀ ਵਜ੍ਹਾ ਨਾਲ ਭੁੱਖ ਹੈ ਤਾਂ ਭੁੱਖ ਦੇ ਇਸ਼ੂ ਨੂੰ ਕਰੇਗਾ। ਅਗਰ ਉਹਨਾਂ ਦੀ ਵਜ੍ਹਾ ਨਾਲ ਕਿਸੇ ਜਗ੍ਹਾ 'ਤੇ ਗੁਰਬਤ ਹੈ, ਮਹਿੰਗਾਈ ਦੀ ਸ਼ਰ੍ਹਾ ਬਹੁਤ ਜ਼ਿਆਦਾ ਹੈ, ਲੋਕਾਂ ਦੀ ਕੁਵਤ ਖਰੀਦ ਕਮ ਹੋ ਗਈ, ਜਿਸ ਤਰ੍ਹਾਂ ਈਰਾਨ ਹੈ, ਈਰਾਨ ਦੇ ਅੰਦਰ ਜਿਹੜਾ ਇੱਕ ਅੰਡਾ ਹੈ ਉਹ 2000 ਰੁਪਏ ਦਾ ਹੈ, ਇੱਕ ਅੰਡਾ। ਹੁਣ ਵੇਖੋ ਕਿ ਜਿਹੜੀ ਕਰੰਸੀਆਂ ਦਾ ਖੇਲ ਦੁਨੀਆ ਦੇ ਅੰਦਰ ਹੈ ਕਿ ਕਿਸ ਕਰੰਸੀ ਨੂੰ ਥੱਲੇ ਲਾਣਾ ਹੈ ਤੇ ਕਿਸ ਨੂੰ ਉੱਤੇ ਲੈ ਕੇ ਜਾਣਾ ਹੈ। ਤੇ ਇਹ ਕਰੰਸੀਆਂ ਦਾ ਸਾਰਾ ਖੇਲ ਅਮਰੀਕਾ ਦੇ ਆਪਣਾ ਵਿਛਾਇਆ ਹੋਇਆ ਹੈ। ਇਹ ਸਾਰੀ ਫਸਾਦ ਖੁਦ ਵਿਛਾਈ ਹੈ। ਉਹ ਕਿਸ ਤਰ੍ਹਾਂ ਮੁਲਕਾਂ ਦੀਆਂ ਕਰੰਸੀਆਂ ਦੇ ਵੱਲ ਖੇਲਦਾ ਹੈ, ਔਰ ਡਾਲਰ ਦਾ ਜਿਹੜਾ ਉਸ ਦਾ ਖਸਾਰਾ ਹੈ ਉਹ ਦੁਨੀਆ ਵੱਲ ਕਿਸ ਤਰ੍ਹਾਂ ਮੁੜਦਾ ਹੈ, ਔਰ ਦੁਨੀਆ ਦਾ ਖਸਾਰਾ ਜਿਹੜਾ ਹੈ ਉਸ ਨੂੰ ਕਿਸ ਤਰ੍ਹਾਂ ਮੈਨੀਪੂਲੇਟ ਕਰਦਾ ਹੈ। ਮਿਸਾਲ ਦੇ ਤੌਰ 'ਤੇ ਹੁਣ ਤੁਸੀਂ ਵੇਖੋ, ਮੈਂ ਤੁਹਾਨੂੰ ਮਿਸਾਲ ਦੇਵਾਂ ਕਿ ਮੈਂ ਕੱਲ੍ਹ ਹੀ ਵੇਖ ਰਿਹਾ ਸਾਂ ਕਿ ਈਰਾਨ ਦਾ ਜਨਵਰੀ 2025 ਤੋਂ ਲੈ ਕੇ ਦਸੰਬਰ 2025 ਤੱਕ ਉਹਦੇ ਅੰਦਰ ਜਿਹੜੀ ਮਹਿੰਗਾਈ ਦੀ ਸ਼ਰ੍ਹਾ ਹੈ ਉਹ ਜ਼ਿਆਦਾ ਹੋਈ ਹੈ ਜਾਂ ਕਮ ਹੋਈ ਹੈ। ਤੁਸੀਂ ਖੁਦ ਵੇਖ ਲਿਓ ਕਿ ਉਹ ਕਮ ਹੋਈ ਹੈ। ਅੱਛਾ, ਹਾਂ, ਕਮ ਇਸ ਵਜ੍ਹਾ ਨਾਲ ਹੋਈ ਹੈ ਕਿ ਇਸ ਸਾਲ ਦੇ ਅੰਦਰ ਉਸ ਚਾਈਨਾ ਦੇ ਨਾਲ ਬਹੁਤ ਜ਼ਿਆਦਾ ਐਗਰੀਮੈਂਟ ਕੀਤੇ ਹਨ, ਰਸ਼ੀਆ ਦੇ ਨਾਲ ਐਗਰੀਮੈਂਟ ਕੀਤੇ ਹਨ। ਰਸ਼ੀਆ ਉਸ ਕੋਲੋਂ ਤੇਲ ਖਰੀਦ ਰਿਹਾ, ਰਸ਼ੀਆ ਨਹੀਂ, ਚਾਈਨਾ ਉਸ ਕੋਲੋਂ ਤੇਲ ਖਰੀਦ ਰਿਹਾ। ਬਾਕੀ ਮਮਾਲਿਕ ਐਸੇ ਹਨ ਕਿ ਜਿਹੜੇ ਉਸ ਕੋਲੋਂ ਤੇਲ ਖਰੀਦ ਰਹੇ, ਕੋਈ ਅਲੱਲ ਐਲਾਨ ਖਰੀਦਦੇ ਨੇ, ਕੋਈ ਖਾਮੋਸ਼ੀ ਨਾਲ। ਜਦੋਂ ਪਾਕਿਸਤਾਨ ਖਰੀਦਦਾ ਹੈ ਇਹ ਸਾਰਾ ਸਮਗਲਿੰਗ ਦਾ ਤੇਲ ਉਸ ਦਾ ਹੀ ਵਿਕ ਰਿਹਾ। ਤੇ ਉਹਦੇ ਉੱਤੇ ਜਿਹੜੀ ਸ਼ਰ੍ਹਾ ਹੈ ਮਹਿੰਗਾਈ ਦੀ ਉਹ ਕਮ ਹੋਈ ਹੈ। ਲੇਕਿਨ ਇਤਜਾਜ ਜਿਹੜਾ ਹੈ ਉਹ ਦਸੰਬਰ 'ਚ ਆ ਕੇ ਸ਼ੁਰੂ ਹੋਇਆ ਹੈ, ਔਰ ਬਿਲਕੁਲ ਉਸ ਵੇਲੇ ਸ਼ੁਰੂ ਹੋਇਆ ਜਦੋਂ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਅਸੀਂ ਇਹਦੇ ਉੱਤੇ ਅਟੈਕ ਕਰਾਂਗੇ। ਜਾਂ ਡੈਨਮਾਰਕ ਨੂੰ ਵੇਖੋ, ਮੈਕਸੀਕੋ ਨੂੰ ਦੇਖੋ, ਜਿਸ 'ਤੇ ਉਹਨਾਂ ਕਿਹਾ ਹੈ ਨਾ ਕਿ ਅਸੀਂ ਅਟੈਕ ਕਰਾਂਗੇ, ਤੇ ਉਹਦੇ ਮੁਲਕ ਦੀ ਆਵਾਮ, ਮੈਕਸੀਕੋ ਡੈਨਮਾਰਕ ਨੂੰ ਵੇਖੋ ਕਿ ਪੂਰੀ ਆਵਾਮ ਜਿਹੜੀ ਹੈ ਨਾ ਉਹ ਕਹਿੰਦੇ ਨੇ ਕਿ ਹੁਕੂਮਤ ਤੇ ਸਾਡਾ ਕੀ ਇਖਤਲਾਫ ਹੈ ਉਹ ਅਲੱਗ ਹੈ, ਲੇਕਿਨ ਬੈਰੂਨੀ ਦੁਸ਼ਮਣ ਦੇ ਖਿਲਾਫ ਅਸੀਂ ਇੱਕ ਹਾਂ। ਠੀਕ ਹੈ, ਉਸ ਵੇਲੇ ਉਹ ਜਿਹੜੇ ਇਖਤਲਾਫ ਹਨ ਉਹ 1-2-4 ਮਹੀਨੇ ਤਾਈਂ ਉਹ ਕਹਿੰਦੇ ਨੇ ਕਿ ਅਸੀਂ ਪੋਸਟਪੋਨ ਕਰਦੇ ਹਾਂ। ਹੁਣ ਇਹ 1-2 ਮਹੀਨੇ ਸਾਡੇ ਤੇ ਮੁਸ਼ਕਿਲ ਹਨ ਤੇ ਅਸੀਂ ਆਪਣੀ ਹੁਕੂਮਤ ਤੇ ਹੁਣ ਵੇਖੋ। ਉਹਦੇ ਨਾਲ ਸਭ ਤੋਂ ਵੱਡੀ ਮਿਸਾਲ ਹੈ ਇਸ ਦੀ ਵੈਨਜ਼ੂਏਲਾ ਦੀ, ਕਿ ਵੈਨਜ਼ੂਏਲਾ ਤਾਂ ਅਮਰੀਕਾ ਅਟੈਕ ਕੀਤਾ ਹੈ, ਔਰ ਜਿਹੜੇ ਮਾਦੂਰੋ ਕੋਲ 100% ਕੋਈ ਮੈਜੋਰਟੀ ਤਾਂ ਨਹੀਂ ਸੀ। ਠੀਕ ਹੈ ਨਾ, ਉਸ ਕੋਲ ਸਿੰਪਲ ਮੈਜੋਰਟੀ ਸੀ, ਔਰ ਉਹਨਾਂ ਦੀ ਆਪਣੀ ਇਲੈਕਸ਼ਨ ਕਮਿਸ਼ਨ ਔਰ ਹੁਕੂਮਤੀ ਅਦਾਦੋ ਸ਼ੁਮਾਰ ਨੂੰ ਵੇਖੋ ਤੁਸੀਂ, ਸਿੰਪਲ ਮੈਜੋਰਟੀ ਬਿਲਕੁਲ ਸਹੀ। ਲੇਕਿਨ ਜਦੋਂ ਅਮਰੀਕਾ ਅਟੈਕ ਕੀਤਾ ਹੈ ਤਾਂ ਪੂਰੀ ਵੈਨਜ਼ੂਏਲਾ ਦੀ ਆਵਾਮ ਇੱਕ ਹੋ ਗਈ, ਔਰ ਸਭ ਦੇ ਸਭ ਲੋਕ ਜਿਹੜੇ ਉਹਦੇ ਹਾਮੀ ਸਨ ਜਾਂ ਮੁਖਾਲਫ ਸਨ, ਉਹਨਾਂ ਕਿਹਾ ਕਿ ਸਾਡੀ ਕੌਮੀ ਗੈਰਤ ਦਾ ਮਸਲਾ ਹੋ ਗਿਆ। ਸਭ ਰੋਡਾਂ 'ਤੇ ਆ ਗਏ, ਗਲੀਆਂ 'ਤੇ ਆ ਗਏ। 70 ਲੱਖ ਲੋਕ ਜਿਹੜੇ ਅਸਲਾ ਬੰਦ ਹਨ ਵੈਨਜ਼ੂਏਲਾ ਦੀ ਮਲੇਸ਼ੀਆ ਦੇ, ਉਹ ਅਸਲਾ ਲੈ ਕੇ ਹਰ ਜਗ੍ਹਾ ਘੁੰਮ ਰਹੇ। ਹੁਣ ਉਹ ਲੋਕ, ਉਹ ਅਨਾਸਿਰ ਕਿ ਜਿਹੜੇ ਅਮਰੀਕਾ ਦੇ ਅਲਾਕਾਰ ਸਨ, ਅਮਰੀਕਾ ਲਈ ਕੰਮ ਕਰ ਰਹੇ ਸਨ, ਉਹਨਾਂ ਨੂੰ ਇਤਨੀ ਜ਼ਰੂਰਤ ਨਹੀਂ ਹੈ ਕਿ ਉਹ ਗਲੀ ਦੇ ਵਿੱਚ ਬਾਹਰ ਆਵਣ ਜਾਂ ਰੋਡ 'ਤੇ ਵੱਲ ਆ ਕੇ ਜੀ ਅਮਰੀਕਾ ਜ਼ਿੰਦਾਬਾਦ ਦਾ ਨਾਰਾ ਮਾਰਨ। ਠੀਕ ਹੈ, ਤੇ ਬਿਲਕੁਲ ਜਦੋਂ ਈਰਾਨ ਹੈ ਜਾਂ ਹੋਰ ਕੋਈ ਮੁਲਕ ਹੈ, ਉਹਨਾਂ ਦੀ ਆਵਾਮ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਜਿਸ ਵਕਤ ਅਸੀਂ ਇਤਜਾਜ ਕਰ ਰਹੇ ਹਾਂ, ਇਸ ਵਕਤ ਜਿਹੜਾ ਬੈਨ ਅਲ-ਅਕਵਾਮੀ ਸਾਮਰਾਜ ਹੈ ਉਹ ਕੀ ਚਾਹ ਰਿਹਾ ਹੈ, ਉਹ ਕੀ ਕਰ ਰਿਹਾ ਹੈ, ਔਰ ਦੁਨੀਆ ਦੀ ਸਿਆਸਤ ਕਿਸ ਤਰਫ ਜਾ ਰਹੀ ਹੈ। ਕੰਮ ਇਹਦੇ ਨਾਲ ਇਹ ਸ਼ੋਅ ਨਹੀਂ ਹੁੰਦਾ ਕਿ
ਈਰਾਨ ਦੀ ਜਿਹੜੀ ਗਵਰਨਮੈਂਟ ਸੀ ਜਾਂ ਜਿਹੜੀ ਉਹਦੀ ਪਾਰਟੀ ਹੈ ਉਹਦੀ ਲੋਕਾਂ ਨਾਲ ਤਾਲੁਕ 'ਚ ਗੈਪ ਸੀ, ਜਿਹਦੀ ਵਜ੍ਹਾ ਤੋਂ ਅਮਰੀਕਾ 'ਚ ਜਾਂ ਸਾਮਰਾਜੀ ਕੁਵਤਾਂ ਨੂੰ ਜ਼ਿਆਦਾ ਆਸਾਨੀ ਨਾਲ ਮੌਕਾ ਮਿਲ ਜਾਂਦਾ ਲੋਕਾਂ ਨੂੰ ਉਭਾਰਨ ਦਾ ਜਾਂ ਰਿਆਸਤ ਦੇ ਖਿਲਾਫ ਕਰਨ ਦਾ। ਬਿਲਕੁਲ, ਮੈਂ ਤੁਹਾਨੂੰ ਇਸ ਤੋਂ ਪਹਿਲਾਂ ਵੀ ਦੱਸ ਰਿਹਾ ਸੀ ਨਾ ਕਿ ਵਜ੍ਹਾ ਤਾਂ ਹੁੰਦੀ ਹੈ, ਅਸੀਂ ਕਹਾਂਗੇ ਵਜ੍ਹਾ ਕੋਈ ਨਹੀਂ ਹੈ ਤੇ ਵਜ੍ਹਾ ਨਾ ਹੋਵੇ ਤੇ ਇੱਥੇ 100 ਬੰਦਾ ਨਹੀਂ ਜਮਾ ਹੋ ਸਕਦਾ। ਵਜ੍ਹਾ ਤਾਂ ਹੁੰਦੀ ਹੈ, ਔਰ ਇਹ ਸਾਡੀ ਤਾਂ ਤਨਕੀਦ ਬਹੁਤ ਸ਼ੁਰੂ ਦੀ ਹੈ ਜਦੋਂ ਸਾਰੇ ਲੋਕ ਉਹਨੂੰ ਹਮਾਇਤ ਕਰ ਰਹੇ ਸਨ, ਲੇਕਿਨ ਅਸੀਂ ਕਹਿ ਰਹੇ ਸਾਂ ਕਿ ਨਹੀਂ, ਇਹ ਜਿਹੜਾ ਉਹਨਾਂ ਦਾ ਸਿਆਸੀ ਢਾਂਚਾ ਹੈ ਇਹ ਥਿਓਕ੍ਰੇਸੀ ਹੈ ਈਰਾਨ ਦੇ ਅੰਦਰ। ਹਾਂਜੀ, ਠੀਕ ਹੈ ਨਾ, ਉਹ ਵਲਾਇਤ ਫ਼ਕੀਹ ਦਾ ਇਦਾਰਾ ਹੈ, ਉਹਦੀ ਕੁਆਲੀਫਿਕੇਸ਼ਨ ਹੈ ਕਿ ਸਿਰਫ ਜਿਹੜਾ ਮੌਲਵੀ ਹੈ, ਮੁੱਲਾ ਹੈ, ਠੀਕ ਹੈ, ਉਹ ਅਹਿਲੇ ਤਸ਼ੱਯੁ ਹੈ, ਕੋਈ ਉਹਦੇ ਸਿਆਸੀ ਨਿਜ਼ਾਮ ਦੇ ਅੰਦਰ ਅੱਗੇ ਜਾ ਸਕਦਾ। ਇਹ ਤਨਕੀਦ ਤਾਂ ਸਾਡੀ ਆਪਣੀ ਜਗ੍ਹਾ 'ਤੇ ਹੈ, ਇਹ ਹੁਣ ਵੀ ਔਰ ਫਿਊਚਰ ਵਿੱਚ ਹੀ ਰਹੇਗੀ। ਲੇਕਿਨ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਮੁਜ਼ਾਹਰੇ ਹੋ ਰਹੇ ਨੇ ਇਸ ਵੇਲੇ, ਔਰ ਮੁਜ਼ਾਹਰਿਆਂ ਦੀ ਕਵਰੇਜ ਉਹ ਅਮਰੀਕਾ, ਠੀਕ ਹੈ ਨਾ, CNN ਨੂੰ ਵੇਖੋ, ਫੌਕਸ ਨਿਊਜ਼ ਨੂੰ ਦੇਖੋ, BBC ਨੂੰ ਵੇਖੋ, ਬਾਕੀ ਜਿਹੜੇ ਉਹਦੇ ਸਾਮਰਾਜੀ ਚੈਨਲ ਉਹਨਾਂ ਨੂੰ ਵੇਖੋ, ਔਰ ਪਾਕਿਸਤਾਨ ਦਾ ਮੀਡੀਆ ਜਦੋਂ ਮੈਂ ਕਹਿ ਰਿਹਾ ਸਾਂ ਜੀ ਕਿ ਜੀਓ ਵਾਲਾ ਕਹਿ ਰਹੇ ਨੇ ਕਿ ਜੀ ਉਹ ਨਸ ਰਹੇ ਨੇ ਔਰ ਕਹਿ ਰਹੇ ਰਸ਼ੀਆ ਜਾ ਰਹੇ ਨੇ, ਔਰ ਜੀ ਉਹਨਾਂ ਦੀ ਜਿਹੜਾ ਉੱਥੇ ਜਾ ਕੇ ਰਿਹਾਇਸ਼ ਇਖਤਿਆਰ ਕਰਨਗੇ, ਉਹ ਤਾਮੋ ਕਿਆਮ ਦੇ ਲਈ ਉਹ ਲੋਕ ਦੁਨੀਆ ਤੋਂ ਚੰਦਾ ਜਮ੍ਹਾਂ ਕਰ ਰਹੇ ਨੇ, ਠੀਕ ਹੈ ਨਾ, ਯਾਨੀ ਇਤਨਾ ਕੁਝ ਇਹ ਦੱਸ ਰਹੇ ਨੇ ਤਾਂ ਇਹਦਾ ਪਤਾ ਚੱਲਦਾ ਹੈ ਕਿ ਇਹਨਾਂ ਦੇ ਪਿੱਛੇ ਜਿਹੜਾ ਮੋਟਿਵ ਹੈ ਨਾ ਉਹ ਕੀ ਹੈ। ਤੇ ਮੇਰੇ ਖਿਆਲ ਦੇ ਅੰਦਰ ਉਹਦਾ ਖੇਲ ਹੈ, ਪੂਰੀ ਦੁਨੀਆ ਹੀ ਜਾ ਰਿਹਾ ਹੈ। ਔਰ ਈਰਾਨ ਨੂੰ ਜਦੋਂ ਚਾਈਨਾ ਦੇ ਨਾਲ, ਰਸ਼ੀਆ ਦੇ ਨਾਲ, ਰੀਜਨ ਦੇ ਨਾਲ ਉਸ ਤਾਲੁਕਾਤ ਬਹੁਤ ਬਿਹਤਰ ਕੀਤੇ ਨੇ। ਉਹ ਫੌਜੀ ਮਹਾਰਤ ਦੇ ਅੰਦਰ ਵੀ ਉਸ ਇਜ਼ਾਫਾ ਕੀਤਾ ਹੈ, ਔਰ ਚਾਈਨਾ ਦਾ ਐਲਾਨ ਕਿਹਾ ਹੈ ਕਿ ਬਈ ਅਸੀਂ ਜੰਗ ਦੀ ਸੂਰਤ ਵਿੱਚ ਉਸਨੂੰ ਪੂਰੀ ਸਪੋਰਟ ਕਰਾਂਗੇ। ਔਰ ਰਸ਼ੀਆ ਦਾ ਜਿਹੜਾ ਉਹਦੀ ਸਲਾਮਤੀ ਕੌਂਸਲ ਹੈ ਤੇ ਉਹਦਾ ਜਿਹੜਾ ਵਾਈਸ ਚੇਅਰਮੈਨ ਹੈ, ਪਹਿਲਾ ਜਿਹੜਾ ਰੂਸ ਦੇ ਸਦਰ ਸਨ, ਤਾਂ ਉਹਨਾਂ ਵੀ ਕਿਹਾ ਹੈ ਕਿ ਅਗਰ ਈਰਾਨ ਸਾਨੂੰ ਸਪੋਰਟ ਮੰਗੇਗਾ ਤਾਂ ਅਸੀਂ ਸਪੋਰਟ ਦੇਵਾਂਗੇ ਉਸਨੂੰ, ਇਵਨ ਅਗਰ ਐਟਮੀ ਹਥਿਆਰ ਦੀ ਵੀ ਸਪੋਰਟ ਮੰਗਦੇ ਤਾਂ ਅਸੀਂ ਦੇਵਾਂਗੇ। ਤੇ ਇਹ ਉਹਨੂੰ ਅਮਰੀਕਾ ਨੂੰ ਇੱਕ ਤਰ੍ਹਾਂ ਦੀ ਉਹਨਾਂ ਸ਼ਟ ਅਪ ਕਾਲ ਦਿੱਤੀ ਹੈ ਕਿ ਭਾਈ ਹਰ ਮੁਲਕ ਨੂੰ ਤੁਸੀਂ ਤਰਨ ਵਾਲਾ ਬਣਾਉਂਦੇ ਹੋ। ਦੂਜਾ ਇਹ ਕਿ ਅਮਰੀਕਾ ਇੱਕ ਸੀਕੁਐਂਸ ਬਣਾਇਆ ਸੀ ਕਿ ਵੈਨਜ਼ੂਏਲਾ ਹੈ, ਈਰਾਨ ਹੈ, डेनमार्क है, मैक्सिको है, क्यूबा है, ये सारे लाइन नीचे हैं, लेकिन वेनेजुएला लोहे का चना साबित होया है। सही बात है। और अमेरिका जो वेनेजुएला के सदर ते तुसी इस तरह का अटैक करके उसਨੂੰ चुकते हो, तो पहला तो मीडिया कह रहे सन जी कि वो सारी फौज मिल गई सी, बाद ही पता चले कि ये तो तकरीबन 100 बंदा सी, फौज का उन्हें मारिया है। बिल्कुल, ਇਹਦਾ मतलब है कि फौज सारी मिली नहीं है उन्हें दुश्मन, सही गल है, बल्कि उन्हें रेजिस्ट किया है तो ना मारे, अगर मिली होती तो उन्होंने एक बंदे भी मारन की लोड़ नहीं थी। सही गल है। ते वो लोहे का चन्ना इस तरह साबित होया है कि अमेरिका दा पहला तो अगर किसी मुल्क पिछी वो कोई रजीम चेंज करना चाहता है तो वो अंदर एजेंट मिल जाते हैं और रजीम चेंज हो जाती है। हर तरह का हरबा जो नाकाम हो जाता है फिर जाके और तुसी डायलॉग में छड़ देते हो, एम्बार्गो तुसी लाया और नाकाम हो गया, हर तरह दी पाबंदियां लाइया और नाकाम हो गई, और तुसी बदमाशी जिस तरह डाकू करते हो। ਇਹਦਾ मतलब है कि ਜਿਹੜਾ ਤੁਸੀਂ ਇੱਕ ਵਰਲਡ ਆਰਡਰ ਬਣਾਇਆ ਸੀ ਕਿ ਦੁਨੀਆ ਯੂਨੀਪੋਲਰ ਹੈ, ਉਹਦੀ ਬੁਖਲਾੜ ਦੀ ਵਜ੍ਹਾ ਨਾਲ ਤੁਸੀਂ ਉਹਦੀ ਨਾਕਾਮੀ ਦਾ ਐਲਾਨ ਕਰ ਰਹੇ ਹੋ ਕਿ ਦੁਨੀਆ ਯੂਨੀਪੋਲਰ ਨਹੀਂ ਹੈ, ਅਸੀਂ ਡਾਕੂ ਹਾਂ। ਹਾਂਜੀ, ਔਰ ਉਹ ਚੀਜ਼ਾਂ ਜਿਹੜੀਆਂ ਇਨਸਾਨੀ ਹਕੂਕ ਦੇ ਪਰਦੇ ਕਰ ਰਹੇ ਸਨ, ਉਹ ਵੈਨਜ਼ੂਏਲਾ ਦੀ ਅੱਛੀ ਜਿਹੜਾ ਨਿਕੋਲਸ ਮਦੋਰੋ ਹੈ ਉਹਦੀ ਅੱਛੀ ਹਕਮਤ ਅਮਲੀ ਦੀ ਵਜ੍ਹਾ ਨਾਲ ਉਹ ਬਪਾਂਗੇ ਦੋਲ ਕੇਨ ਤੇ ਤਿਆਰ ਹੋ ਗਏ ਕਿ ਅਸੀਂ ਕੋਈ ਜਮਹੂਰੀਅਤ ਦੀ ਵਜ੍ਹਾ ਨਾਲ ਨਹੀਂ ਕਰ ਰਹੇ, ਇਨਸਾਨੀ ਹਕੂਕ ਦੀ ਵਜ੍ਹਾ ਨਾਲ, ਬਲਕਿ ਅਸੀਂ ਤੇਲ ਲੁੱਟਣ ਲਈ ਕਰ ਰਹੇ ਹਾਂ। ओपनली कहना शुरू ओपनली, और आवाम की रेजिस्टेंस इतनी ज्यादा आई, एक तो आलाकार ਜਿਹੜੇ ਸਨ ਉਹ ਬਿਲਕੁਲ ਦਬ ਗਏ, ਉਹ ਦੂਜਾ ਸਭ ਤੋਂ ਵੱਡਾ ਕੰਮ ਇਹ ਹੋਇਆ ਹੈ ਕਿ ਆਵਾਮ ਜਦੋਂ ਪੂਰੀ ਯੂਨੀਫਾਈਡ ਹੋਈ ਹੈ ਤੇ ਪ੍ਰੈਜ਼ੀਡੈਂਟ ਟਰੰਪ ਜਿਤਨੇ ਵੱਡੇ ਡਾਕੂ ਸਨ ਜਿਹੜੇ ਤੇਲ ਦਾ ਕੰਮ ਕਰਦੇ ਨੇ, ਉਹ ਸਾਰੀਆਂ ਕੰਪਨੀਆਂ ਦੇ ਹੈਡਸ ਨੂੰ ਬੁਲਾਇਆ ਹੈ। ਇਹ ਕੰਪਨੀ ਵੀ ਤਿਆਰ ਨਹੀਂ ਹੈ। ਤੁਹਾਨੂੰ ਪਤਾ 3 ਦਿਨ ਪਹਿਲੇ ਵਾਈਟ ਹਾਊਸ ਦੇ ਅੰਦਰ ਜਿਤਨੀ ਵੀ ਤੇਲ ਦੀਆਂ ਕੰਪਨੀਆਂ ਦੇ ਮਾਲਕਾਨ ਹਨ, ਜਦੋਂ ਇਰਾਕ ਦੇ ਵਿੱਚ ਹੀ ਹੋ ਗਏ ਸਨ, ਲੀਬੀਆ ਦੇ ਵਿੱਚ ਹੀ ਹੋ ਗਏ ਸਨ, ਹਰ ਜਗ੍ਹਾ ਵੀ ਜਾਂਦੇ ਨੇ ਤੇਲ ਲੁੱਟਣ, ਉਹਨਾਂ ਸਾਰਿਆਂ ਨੂੰ ਵਾਈਟ ਹਾਊਸ ਵਿੱਚ ਬੁਲਾਇਆ ਹੈ ਕਿ ਭਾਈ ਕਿਹੜਾ ਜਾਏਗਾ ਤੇ ਜਾ ਕੇ ਉੱਥੇ ਇਨਵੈਸਟਮੈਂਟ ਕਰੇਗਾ। ਇਹ ਕੰਪਨੀ ਵੀ ਨਹੀਂ ਤਿਆਰ ਹੋਈ। ਹਾਲਾਂਕਿ ਉਹਨੇ ਕਿਹਾ ਸੀ ਕਿ ਤਹਫੁਜ਼ ਮੇਰੀ ਜ਼ਿੰਮੇਵਾਰੀ ਹੈ। ਹਾਂ, ਤਹਫੁਜ਼ ਮੇਰੀ ਜ਼ਿੰਮੇਵਾਰੀ पर्सनल, यानी ਉਹਨੇ अपना क्या कि मेरी जिम्मेदारी। हाँ, कि तहफुज़ मेरी जिम्मेदारी, लेकिन क्यों नहीं गए? इस वजह नाल नहीं गए कि तेल हवा विचों तो लेके ਅਸੀਂ ਨਹੀਂ ਆ ਸਕਦੇ, ਤੇਲ ਲੁੱਟਣ ਲਈ ਅਸੀਂ ਆਪਣੇ ਬੂਟ ਥੱਲੇ ਲਾਣੇ ਪੈਣੇ ਨੇ, ਔਰ ਜਦੋਂ ਬੂਟ ਥੱਲੇ ਇੱਕ ਦਫਾ ਲੈ ਗਏ ਤੇ ਉਹ ਜਾਨ ਵੀ ਚਲੀ ਜਾਏਗੀ ਉਹਨਾਂ ਦੀ। ਜਦੋਂ ਪਹਿਲੇ ਹੀ ਹਮਲਾ ਹੋਇਆ ਨਾ ਤਾਂ ਮੈਂ ਸੋਸ਼ਲ ਮੀਡੀਆ ਤੇ ਹੀ ਲਿਖ ਰਿਹਾ ਸਾਂ ਕਿ
ਜਿਹੜਾ ਇਹ ਅਮਰੀਕੀ ਹਮਲਾ ਕੀਤਾ ਹੈ, ਠੀਕ ਹੈ ਨਾ, ਇਸ ਤਿੰਨ ਚੀਜ਼ਾਂ ਜਾਂ ਕੀਤੀਆਂ। ਪਹਿਲੀ ਤਾਂ ਇਹ ਚੀਜ਼ ਹੈ ਕਿ ਪਹਿਲਾਂ ਯੂਰਪ ਨੂੰ ਅਮਰੀਕਾ ਆਪਣੇ ਦੇ ਨਾਲ ਮਿਲਾਇਆ ਸੀ, ਬਾਕੀ ਦੁਨੀਆ ਨੂੰ ਨਾਲ ਮਿਲਾਇਆ ਸੀ, ਔਰ ਟਾਰਗੇਟ ਉਸ ਵੇਲੇ ਉਸਦਾ USSR ਸੀ। USSR ਦੇ ਨਾਲ ਚਾਈਨਾ ਆ ਗਿਆ। ਚਾਈਨਾ ਜਦੋਂ ਅੰਗੜਾਈ ਲਿੱਤੀ ਹੈ ਤੇ ਅਮਰੀਕਾ ਕਿਹਾ ਕਿ ਯਾਰ ਇਹ ਤਾਂ ਬਿਲਕੁਲ ਖਾਮੋਸ਼ ਚੀਜ਼ ਸੀ, ਤੇ ਇਹ ਤਾਂ ਉਹ ਰਸ਼ੀਆ ਨੂੰ ਕਹਿੰਦੇ ਸਨ ਕਿ ਇਹ ਦਿਓ ਹੈ। ਉਹਨਾਂ ਨੇ ਕਿਹਾ ਜੀ ਕਿ ਚਾਈਨਾ ਦਾ ਦਿਓ ਦਾ ਵੀ ਪਿਓ ਹੈ, ਠੀਕ ਹੈ। ਇਤਨੀ ਵੱਡੀ ਤਾਕਤ ਸਾਹਮਣੇ ਆ ਗਈ, ਹੁਣ ਅਸੀਂ ਕੀ ਕਰੀਏ, ਠੀਕ ਹੈ। ਹੁਣ ਫਿਰ ਇਸ ਤਰ੍ਹਾਂ ਕੀਤਾ ਹੈ ਕਿ ਜਿਹੜਾ ਫਿਊਚਰ ਹੈ ਇਸ ਵੇਲੇ ਦੁਨੀਆ ਦੇ ਅੰਦਰ, ਜਿਹੜੀ ਇਸ ਵੇਲੇ ਮੇਰੇ ਖਿਆਲ ਵਿੱਚ ਜਿਤਨੀ ਜੰਗੋ ਜਦਲ ਹੈ ਨਾ, ਤੇ ਅਗਰ ਤਮਾਮ ਜਿਹੜਾ ਲੜਾਈ ਝਗੜਾ ਜਾਂ ਰੌਲਾ ਹੈ ਨਾ, ਉਹਦੀ ਬੁਨਿਆਦ ਅਗਰ ਤੁਸੀਂ ਵੇਖੋ ਤਾਂ ਉਹ ਇਹ ਹੈ ਕਿ ਤਕਰੀਬਨ ਜਿਹੜੀ ਪਿਛਲੀ ਸਦੀ ਸੀ ਹੁਣ ਤੱਕ, ਪਿਛਲੀ ਸਦੀ ਨੂੰ ਮਿਲਾਓ ਇਸ ਸਦੀ ਨੂੰ ਮਿਲਾਓ, ਤੇ ਹੁਣ ਤੱਕ ਜਿਤਨਾ ਵਕਤ ਗੁਜ਼ਰਿਆ ਹੈ, ਤੇ ਇਹ ਸਾਰਾ ਵਕਤ ਸੀ ਤੇਲ ਦਾ। ਹਾਂਜੀ। ਦੁਨੀਆ ਦੀ એનર્ਜੀ ਦੀ ਜਿਤਨੀ ਵੀ ਰਿਕੁਆਇਰਮੈਂਟ ਹੈ, ਇਹ ਸਾਰੀ ਤੇਲ ਪੂਰਾ ਕਰ ਰਿਹਾ ਸੀ। ਹੁਣ ਇਹ ਹੋਇਆ ਹੈ ਕਿ ਯੂਰਪੀਅਨ ਯੂਨੀਅਨ ਕਿਹਾ ਹੈ ਕਿ 2040 ਤੱਕ ਅਸੀਂ ਤੇਲ ਦੇ ਇਸਤੇਮਾਲ ਨੂੰ ਜ਼ੀਰੋ ਕਰ ਦਿਆਂਗੇ। ਹਾਂਜੀ, ਠੀਕ ਹੈ। ਅਮਰੀਕਾ ਤਾਂ ਅਰਬਾਂ ਬੈਰਲ ਜਿਹੜੇ ਹਨ ਨਾ ਆਪਣੇ ਕੋਲ ਰਿਜ਼ਰਵ ਰੱਖਿਆ ਹੈ ਤੇਲ ਦਾ, ਠੀਕ ਹੈ। ਤੇਲ ਹੈ ਔਰ ਅਸਲਾ ਹੈ। ਮੇਨ ਪ੍ਰੋਡਕਟ ਅਮਰੀਕਾ ਦੁਨੀਆ ਵਿੱਚ ਜਿਹੜਾ ਭੇਜ ਰਿਹਾ ਹੈ, ਉਹ ਤੇਲ ਭੇਜਦਾ ਹੈ ਤੇ ਅਸਲਾ ਵੇਚਦਾ ਹੈ। ਅੱਛਾ, ਉਹਨਾਂ ਨੇ ਕਿਹਾ ਜੀ ਕਿ ਯੂਰਪੀਅਨ ਯੂਨੀਅਨ ਤੇਲ ਨੂੰ ਛੱਡ ਕੇ, ਫਾਸਿਲ ਫਿਊਲ ਨੂੰ ਛੱਡ ਕੇ, ਕੋਇਲੇ ਨੂੰ ਛੱਡ ਕੇ, ਗੈਸ ਨੂੰ ਛੱਡ ਕੇ ਉਹ ਜਾ ਰਹੀ ਸੋਲਰਾਈਜੇਸ਼ਨ ਤੇ ਜਾ ਰਹੀ ਹੈ, ਠੀਕ ਹੈ। ਔਰ ਇਲੈਕਟ੍ਰਿਕ ਵਹੀਕਲ, ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਰੋਡ ਤੇ ਆ ਰਹੀਆਂ, ਔਰ 2040 ਚੋਂ ਕਹਿ ਰਹੇ ਨੇ ਕਿ ਜਿਹੜੀ ਇਮਿਸ਼ਨ ਹੈ ਫਾਸਿਲ ਫਿਊਲ ਦੀ, ਉਹ ਅਸੀਂ ਜ਼ੀਰੋ ਕਰਾਂਗੇ, ਆਪਣੇ ਮਾਹੌਲ ਨੂੰ ਸਾਫ਼ ਕਰਾਂਗੇ। ਹੁਣ ਟਰੰਪ ਬਾਰ-ਬਾਰ ਉਹਨਾਂ ਤੇ ਤਨਕੀਦ ਕਰ ਰਿਹਾ ਕਿ ਜਿਹੜਾ ਗ੍ਰੀਨ ਰਿਵੋਲੂਸ਼ਨ ਹੈ ਇਹ ਤੁਸੀਂ ਕੀ ਲਾ ਰਹੇ ਹੋ, ਕਿਉਂਕਿ ਉਹ ਤਾਂ ਚਾਹੁੰਦਾ ਹੈ ਕਿ ਸਾਡਾ ਤੇਲ ਵਿਕੇ, ਔਰ ਤੇਲ ਤੇ ਚੱਲਣ ਵਾਲੀਆਂ ਗੱਡੀਆਂ, ਤੇਲ ਤੇ ਚੱਲਣ ਵਾਲੇ ਬਿਜਲੀ ਘਰ ਕਾਰਖਾਨੇ, ਇਹ ਸਾਰੇ ਚੱਲਦੇ ਰਹਿਣ। ਉੱਥੋਂ ਉਸਨੂੰ ਇੱਕ ਉਹ ਨਾਕਾਮੀ ਹੋਈ ਹੈ। ਦੂਜਾ ਇਹ ਹੈ ਕਿ ਚਾਈਨਾ ਨੇ ਜਿਹੜੀ ਸੋਲਰਾਈਜੇਸ਼ਨ ਹੈ ਉਸਨੂੰ ਇਤਨਾ ਸਸਤਾ ਔਰ ਚੀਪ ਬਣਾ ਲਿੱਤਾ ਹੈ, ਔਰ ਇਹਦਾ ਸੋਰਸ ਕਿਸੇ ਦੇ ਕੰਟਰੋਲ ਵਿੱਚ ਨਹੀਂ ਹੈ। ਸੂਰਜ ਹੈ, ਸੂਰਜ ਦੀ ਰੋਸ਼ਨੀ ਹੈ, ਕੋਈ ਬੰਦਾ ਵੀ ਆਪਣੀ ਘਰ ਦੇ ਸੋਲਰ ਲਾ ਕੇ, ਪਾਪਟਾਂ ਨਾਲ ਕੋਈ ਤਾਲੁਕ ਨਹੀਂ ਹੈ। ਤੁਸੀਂ ਦਿਨ ਦੇ ਟਾਈਮ ਤਾਂ ਬੱਤੀ ਚਲਾ ਸਕਦੇ ਹੋ, ਬੈਟਰੀ ਹੋਵੇ ਤਾਂ ਰਾਤ ਨੂੰ ਵੀ ਕਮ ਅਜ਼ ਕਮ ਬੱਤੀ ਚਲਾ ਸਕਦੇ ਹੋ। ਤਾਂ ਉਹ ਜਿਹੜਾ ਸੋਰਸ ਸੀ એનર્ਜੀ ਦਾ, ਉਸ ਹਰ ਬੰਦੇ ਨੂੰ ਦੇ ਦਿੱਤਾ ਹੈ, ਠੀਕ ਹੈ। ਬਾਕੀ ਜਿਹੜੇ ਐਟੋਮਿਕ ਰਿਐਕਟਰ ਦੀ ਜਿਹੜੀ ਬਿਜਲੀ ਬਣਦੀ ਹੈ ਉਹ ਇਜ਼ਾਫੀ ਹੈ। ਤੇ ਉਹ ਜਿਹੜਾ ਅਮਰੀਕਾ ਕੋਲ ਇੱਕ ਬਹੁਤ ਬੜਾ ਹਥਿਆਰ ਸੀ, ਉਹ ਹਥਿਆਰ ਉਸ ਕੋਲੋਂ ਲੈ ਲਿੱਤਾ ਹੈ। ਦੂਜਾ ਇਹ ਸੀ ਕਿ ਪਹਿਲੇ ਜਦੋਂ ਅਮਰੀਕਾ ਦੁਨੀਆ ਤੇ ਸੁਪਰ ਪਾਵਰ ਬਣਿਆ ਵੀ ਹੈ ਨਾ, ਇਹ ਯੂਰਪ ਨੂੰ ਲੜਾ ਕੇ ਬਣਿਆ ਹੈ। ਕਿ ਯੂਰਪ ਜਦੋਂ ਲੜੇ ਫਸਟ ਵਰਲਡ ਵਾਰ ਸੈਕੰਡ ਦੇ ਦਰਮਿਆਨ ਜਿਹੜਾ ਇੰਟਰ ਵਾਰ ਪੀਰੀਅਡ ਹੈ, ਤੇ ਯੂਰਪ ਲੜੇ ਹੈ ਤੇ ਉਸ ਅਮਰੀਕਾ ਕੋਲੋਂ ਕਰਜ਼ਾ ਲਿੱਤਾ ਹੈ, ਔਰ ਸੂਦ ਬਹੁਤ ਜ਼ਿਆਦਾ ਅਮਰੀਕਾ ਨੂੰ ਅਦਾ ਕੀਤਾ ਹੈ, ਅਸਲਾ ਲਿੱਤਾ ਹੈ ਔਰ ਅਸਲੇ ਦੀ ਕੀਮਤ ਅਦਾ ਕੀਤੀ ਹੈ। ਇਹਦੀ ਵਜ੍ਹਾ ਨਾਲ ਯੂਰਪ ਤਬਾਹ ਹੋ ਗਿਆ ਔਰ ਅਮਰੀਕਾ ਸੁਪਰ ਪਾਵਰ ਬਣ ਗਿਆ। ਹੁਣ ਉਹ ਇਹ ਕਹਿੰਦਾ ਹੈ ਕਿ ਭਾਈ ਜਿਹੜਾ ਯੂਰਪ ਹੈ, ਯੂਰਪ ਨੂੰ ਲੜਾਈਏ ਰਸ਼ੀਆ ਨਾਲ। ਅੱਛਾ, ਰਸ਼ੀਆ ਨਾਲ ਲੜਾਉਣਾ ਚਾਹੁੰਦਾ ਸੀ ਯੂਕਰੇਨ ਵਿੱਚ। ਉੱਥੇ ਰਸ਼ੀਆ ਇਸ ਤਰ੍ਹਾਂ ਦੀ ਹਕਮਤ ਅਮਲੀ ਇਖਤਿਆਰ ਕੀਤੀ ਹੈ ਕਿ ਉਸ ਇਤਨਾ ਉਹਨਾਂ ਤੇ ਦਬਾਅ ਰੱਖਿਆ ਹੈ ਕਿ ਕਿਸੇ ਮੁਲਕ ਜੁਰਤ ਨਹੀਂ ਕੀਤੀ ਇੱਕ ਹਫ਼ਤਾ ਪਹਿਲੇ ਤੱਕ